ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੁਸੀਂ ਜਿਵੇਂ ਮੈਨੂੰ ਸੁਣ ਰਹੇ ਹੋਵੋਗੇ, ਇਹ ਵੀਡੀਓ ਬੜੇ ਧਿਆਨ ਨਾਲ ਸੁਣਿਓ ਜੋ ਕਿ ਮੈਂ ਤੁਹਾਨੂੰ ਦੱਸਣ ਵਾਲੀ ਹਾਂ। ਅਤੇ ਮੇਰਾ ਫਿਲਟਰ ਲਗਾਉਣਾ ਕਿਉਂ ਜ਼ਰੂਰੀ ਸੀ, ਕਿਉਂਕਿ ਮੈਨੂੰ ਐਂ ਲੱਗਦਾ ਹੈ ਕਿ ਜੇ ਮੈਂ ਸਿੰਪਲ ਵੀਡੀਓ ਬਣਾਉਂਦੀ ਸ਼ਾਇਦ ਹੀ ਬਹੁਤ ਘੱਟ ਲੋਕ ਦੇਖਦੇ, ਬਟ ਮੈਨੂੰ ਕੋਈ ਉਹਦੇ ਵਿੱਚ ਇਹੋ ਜਿਹੀ ਗੱਲ ਨਹੀਂ ਹੈਗੀ ਹੈ। ਬਸ ਥੋੜ੍ਹਾ ਜਿਹਾ ਮੈਂ ਪ੍ਰੋਡਕਟਿਵ ਦਿਖਾਉਣ ਵਾਸਤੇ ਕਰ ਰਹੀ ਸੀ, ਕਿਉਂਕਿ ਫਿਲਟਰ ਦੇਖਣ ਨਾਲ ਇੱਕ ਕੌਨਫੀਡੈਂਸ ਆਉਂਦਾ, ਮੈਨੂੰ ਐਂ ਲੱਗਦਾ ਜਿਵੇਂ। ਅਤੇ ਉਸ ਤੋਂ ਬਾਅਦ ਜਿਵੇਂ ਅੱਜ ਅਸੀਂ ਸਵੇਰੇ ਮੈਡੀਕਲ ਹੋਸਪਿਟਲ ਗਏ ਸੀ, ਏਮਸ ਦੇ ਵਿੱਚ ਆਲ ਇੰਡੀਆ ਮੈਡੀਕਲ ਇੰਸਟੀਟਿਊਟ ਹੈ। ਜਦੋਂ ਅਸੀਂ ਉੱਥੇ ਗਏ ਤਾਂ ਮੇਰਾ ਜਿਹੜਾ ਦਿਮਾਗ ਸੀ ਕਾਫੀ ਪਰੇਸ਼ਾਨ ਸੀ, ਕਾਫੀ ਐਂਗਜ਼ਾਈਟੀ ਫੀਲ ਹੋ ਰਹੀ ਸੀ, ਕਾਫੀ ਡਰ ਲੱਗ ਰਿਹਾ ਸੀ। ਕੋਈ ਆਪਾਂ ਕਿਤੇ ਸ਼ੋਪਿੰਗ ਕਰਨ ਤਾਂ ਜਾ ਨਹੀਂ ਰਹੇ ਹੈ ਨਾ। ਅਤੇ ਉਸ ਤੋਂ ਬਾਅਦ ਬੇਸਿਕਲੀ ਜਦੋਂ ਆਪਾਂ ਜਾਂਦੇ ਹੁੰਦੇ ਹਾਂ, ਨਾ ਆਪਾਂ ਨੂੰ ਵੀਡੀਓ ਦਾ ਯਾਦ ਆਉਂਦਾ, ਨਾ ਆਪਾਂ ਨੂੰ ਸ਼ੂਟਿੰਗ ਦਾ ਯਾਦ ਆਉਂਦਾ। ਹੁਣ ਮੈਂ ਜਿਵੇਂ ਘਰੇ ਹਾਂ, ਫਰੀ ਹਾਂ, ਫਰੈਸ਼ ਹੋ ਕੇ ਆਈ ਹਾਂ, ਨਹਾ ਕੇ ਆਈ ਹਾਂ, 2:28 31 ਸੈਕਿੰਡ ਹੋ ਰਹੇ ਨੇ ਆਪਣੇ। 29 ਮਈ ਨੂੰ ਦੁਬਾਰਾ ਮੇਰੀ ਸਿਸਟਰ ਦੀ ਅਪੋਇੰਟਮੈਂਟ ਹੈ, ਅੱਜ ਉਹ ਡੀਲੇ ਹੋ ਗਿਆ, ਪੋਸਟਪੋਨ ਹੋ ਗਿਆ। ਅਤੇ ਬੇਸਿਕਲੀ ਜਦੋਂ ਅਸੀਂ ਗਏ ਹੈ ਨਾ, ਅਤੇ ਮੈਂ ਵੀਡੀਓ ਬਣਾਈਆਂ, ਸਾਰੀਆਂ ਡਿਲੀਟ ਕਰਤੀਆਂ ਘਰੇ ਆ ਕੇ। ਮੈਂ ਜਦੋਂ ਮੈਂ ਉਹਨੂੰ ਐਡਿਟ ਕੀਤਾ ਅਤੇ ਮੈਂ ਇਹ ਨਹੀਂ ਦੇਖਿਆ ਮੈਂ ਰੀਸਾਈਕਲ ਬਿਨ 'ਚ ਜਾ ਕੇ ਵੀ ਡਿਲੀਟ ਕਰਤੀਆਂ, ਨਹੀਂ ਤਾਂ ਉੱਥੇ ਜਾ ਕੇ ਸਟੋਰ ਹੁੰਦੀਆਂ। ਅਤੇ ਮੈਂ ਜਦੋਂ ਜਿੱਥੇ ਗਈ ਸੀ, ਮੈਂ ਤੁਹਾਨੂੰ ਉੱਥੋਂ ਦਾ ਸੀਨ ਦੱਸਦੀ ਹਾਂ। ਉੱਥੇ ਪਹਿਲੀ ਗੱਲ ਤਾਂ ਉੱਥੇ ਕੋਈ ਹੁੰਦਾ ਨਹੀਂ ਆਪਣਾ, ਠੀਕ ਹੈ, ਸਿੱਧੀ ਜਿਹੀ ਗੱਲ ਆ। I am also, 22 years old right now, and I was feeling so much nervous. So how could you feel that? Why you feel so much, anxiety right now that there was a nobody in their life? When you go outside, when you struggle, when you watch all this thing, your anxiety will remove. You have so much lucky, you blessed, you think that God give a wonderful life. Because जो वो पेशेंट की हालत है, आप देखिए जाके बेसिकली उनके साथ हो क्या रहा है आपको ये नहीं पता है। ਅਤੇ ਮੈਂ ਇਹ ਫਿਲਟਰ ਮੈਨੂੰ ਬਹੁਤ ਵਧੀਆ ਲੱਗਦਾ ਹੈ। ਮੈਨੂੰ ਨਾ ਇੱਕ ਕੌਨਫੀਡੈਂਸ ਮਿਲਦਾ ਹੈ ਇਹ ਫਿਲਟਰ ਲਗਾ ਕੇ। ਵੈਸੇ ਜਦੋਂ ਆਪਾਂ ਸਿੰਪਲ ਹੁੰਦੇ ਹਾਂ, ਮੈਂ ਤੁਹਾਨੂੰ ਉਹਦਾ ਸਿੰਪਲ ਲੁੱਕ ਵੀ ਦਿਖਾਉਂਦੀ ਹਾਂ ਬਿਨਾਂ ਫਿਲਟਰ ਤੋਂ। ਤੁਹਾਨੂੰ ਯਕੀਨ ਨਹੀਂ ਹੋਊਗਾ, ਆਹ ਮੇਰਾ ਸਿੰਪਲ ਲੁੱਕ ਹੈ ਅਤੇ ਆਹ ਮੇਰਾ ਫਿਲਟਰ ਵਾਲਾ ਲੁੱਕ ਹੈ। ਅਤੇ ਤੁਸੀਂ ਕੌਨਫੀਡੈਂਸ ਦੇਖ ਸਕਦੇ ਹੋ ਕਿੰਨਾ ਮਿਲਦਾ ਆਪਾਂ ਨੂੰ। ਅਤੇ ਮੈਂ ਕੌਨਫੀਡੈਂਸ 'ਚ ਰਹਿ ਕੇ ਹੀ ਇਹ ਗੱਲ ਕਰਾਂਗੀ, ਸਿੱਧੀ ਜਿਹੀ ਗੱਲ ਆ। ਅਤੇ ਕੋਈ ਚੀਟਿੰਗ ਵਾਲੀ ਗੱਲ ਨਹੀਂ ਹੈਗੀ ਹੈ। ਮੈਂ ਐਂ ਕਹਿ ਰਹੀ ਸੀ, ਕੌਨਫੀਡੈਂਸ ਕਿੰਨਾ ਆਉਂਦਾ ਨਾ ਇਸ 'ਚ ਬੋਲਣ 'ਚ। ਅਤੇ ਜਦੋਂ ਮੈਂ ਗਈ ਉੱਥੇ ਜਾ ਕੇ, ਜਦੋਂ ਆਪਾਂ ਐਂਟਰੀ ਦੇਖਦੇ ਹਾਂ, ਅਤੇ ਮੈਨੂੰ ਸਮਝ ਨਹੀਂ ਆ ਰਿਹਾ ਸੀ ਉੱਥੇ ਨਾ ਬੇਸਿਕਲੀ ਇੱਕ ਆਟੋ ਹੁੰਦਾ, ਵੀਲ ਚੇਅਰ ਹੁੰਦੀ ਹੈ ਬੇਸਿਕਲੀ। ਅਤੇ ਉਸ ਤੋਂ ਬਾਅਦ ਉੱਥੇ ਇੱਕ ਦੀਦੀ ਕਹਿ ਸਕਦੇ ਹੋ, ਮੇਰੀ ਏਜ ਦੀ ਸੀ, ਮੇਰੀ ਕਲਾਸਮੇਟ ਕਹਿ ਸਕਦੇ ਹੋ। ਅਤੇ ਉਹ ਜਦੋਂ ਐਂ ਬੋਲੀ ਨਾ ਕਿ ਪਤਾ ਨਹੀਂ ਲੱਗਦਾ, ਖਿੱਝ ਕੇ ਬੋਲਣਾ, ਬਦਤਮੀਜ਼ੀ ਨਾਲ ਬੋਲਣਾ। ਉੱਥੇ ਆਪਾਂ ਕਿਸੇ ਨੂੰ ਗੱਲ ਵੀ ਨਹੀਂ ਕਰ ਸਕਦੇ ਹਾਂ ਜਿਵੇਂ ਆਪਾਂ ਆਪਣੇ ਘਰੇ ਬੋਲਦੇ ਹਾਂ ਆਪਦੇ ਮੰਮਾ ਨੂੰ। ਕਈ ਵਾਰ ਉੱਦਾਂ ਨਹੀਂ ਬੋਲਦੇ, ਆਪਾਂ ਅੱਕੇ ਹੁੰਦੇ ਹਾਂ। ਅਤੇ ਉਹਨਾਂ ਨੂੰ ਆਏਂ ਪਤਾ ਨਹੀਂ ਲੱਗਦਾ ਕਿ ਕਿੰਨੀ ਦੂਰੋਂ ਦੂਰੋਂ ਇੱਥੇ ਆਪਾਂ ਆਏ ਇਲਾਜ ਕਰਾਉਣ ਵਾਸਤੇ। ਇੱਕ ਮੈਨੂੰ ਉਹ ਸਿਸਟਮ ਨਹੀਂ ਵਧੀਆ ਲੱਗਿਆ। ਅਤੇ ਬੇਸਿਕਲੀ ਜਦੋਂ ਮੈਂ ਅੰਦਰ ਗਈ ਉੱਥੇ ਦੇਖ ਕੇ ਤਾਂ ਮੈਨੂੰ ਆਪਣੀ ਜ਼ਿੰਦਗੀ ਬਹੁਤ ਵਧੀਆ ਲੱਗ ਰਹੀ ਹੈ ਕਿ ਮੈਨੂੰ ਰੱਬ ਨੇ ਸਾਰਾ ਕੁਝ ਦਿੱਤਾ ਸੀ, ਅਤੇ ਬਸ ਮੈਂ ਧਿਆਨ ਨਾਲ ਦੇਖਿਆ ਨਹੀਂ। ਅਤੇ ਜਦੋਂ ਆਪਾਂ ਇਸ ਸਟੇਜ 'ਤੇ ਪਹੁੰਚ ਜਾਂਦੇ ਹਾਂ ਅਤੇ ਉੱਥੇ ਦੇਖਿਆ ਕਰੋ अपनी लाइफ किड्डी घैंट बाबा जी ने किड्डी वधिया लाइफ देती है। तो वैसे मैं बात करूँ हिंदी में, तो मुझे ऐसा लगता है कि उस टाइम पे हमारा कोई नहीं होता है ना। हमें लगता है कि बस कोई आए और हमारी मदद कर दे। पेशेंट वहाँ पे बेड पे लेटे हुए हैं, किसी की पाइप आँख में डली है, किसी की नाक में डली है, किसी का ऑपरेशन हुआ है। और मैंने अपना हार्ट चेक करवाना था कार्डियोलॉजिस्ट के पास। एंड वो जो मैंने सबसे पहले अपनी एंट्री की फॉर्म लिया वहाँ से, 10 रुपीज़ वो थे। एंड उसके बाद जब हम अंदर गए, ग्राउंड फ्लोर का नहीं समझ आ रहा था, वहाँ पे बटन प्रेस करना था वो नहीं समझ आ रहा था। एक ग्राउंड फ्लोर वाला सिस्टम जो है बेसिकली ये ट्रेन पे स्टेशन पे भी हो गया है। कॉलेज में जब मैं सेंट्रल यूनिवर्सिटी में गई थी, वहाँ पे भी स्टूडेंट अपने आप सब कुछ कर रहे थे। आप कहोगे ये सेम टॉपिक पे वीडियो क्यों बनाती है, एंग्जाइटी पे। एंग्जाइटी होती क्या है? एंग्जाइटी में इंसान ना फ्रीज़ हो जाता है। फ्रीज़ मतलब होता है खड़ा है तो खड़ा रहेगा,
सुन्न है तो सुन्न हो जाएगा, दिमाग में कोई विचार ही नहीं आएँगे, क्या हो रहा है इतना सारा देख के। उस टाइम पे लोग ना अपने-अपने साथ बिज़ी होते हैं, है ना? अगर वहाँ पे कोई सेलिब्रिटी आ जाए, तो सबका ध्यान एक साइड हो जाएगा ना, अब वो भी सबका ध्यान एक साइड ही था और हम पता नहीं कौन-सी लाइफ़ में जी रहे हैं, हम जी रहे हैं मोबाइल फ़ोन वाली लाइफ़ में। वहाँ जाके देखो कि असलियत क्या है। और उसके बाद जब मेरे नानी मम्मा की डेथ हुई थी, उससे पहले जब यहाँ पे एम्स में उनको रेफ़र किया गया, तो मैंने आज एक आंटी को देखा था, उनकी एज की ही थी। तो मेरे फैमिली में ये चीज़ें नोट की जाती हैं कि एक आंटी को देखा, वो मेरी मम्मा की एज की लग रही थी। मैं क्या जी ਇਹ ਗੱਲਾਂ ਆਪਾਂ ਪਹਿਲਾਂ ਸੋਚ ਲੈਂਦੇ, ਆਪਾਂ ਐਂ ਸੋਚਦੇ ਰਹੇ ਹੁੰਦੇ ਆ, ਪਹਿਲਾਂ ਕਰ ਲੈਂਦੇ, ਇਹ ਕਰ ਲੈਂਦੇ, ਉਹ ਕਰ ਲੈਂਦੇ। ਅਤੇ ਉਸ ਤੋਂ ਬਾਅਦ ਫਿਰ ਜਦੋਂ ਗਏ ਉੱਥੇ ਨਾ ਲੱਕੀਲੀ ਮੇਰੀ ਜਿਹੜੀ ਸਿਸਟਰ ਹੈ ਕੋਸਮੈਟਿਕ ਡਿਪਾਰਟਮੈਂਟ 'ਚ ਜਿਹੜੀ ਹੁਣੇ ਜੁਆਇਨਿੰਗ 'ਤੇ ਹੈ ਅਤੇ ਉਹਦੇ ਆਈ ਥਿੰਕ ਕੋਈ ਫਰੈਂਡ ਹੋਣਗੇ, ਉਹਨਾਂ ਦੀ ਹੈਲਪ ਦੇ ਨਾਲ ਸਾਨੂੰ ਜਲਦੀ ਐਂਟਰੀ ਮਿਲ ਗਈ। ਕਿੰਨੀ ਮੇਰੀ ਅਜੀਬ ਜਿਹੀ ਗੱਲ ਹੈ ਨਾ, ਮੈਨੂੰ ਥੋੜ੍ਹੀ ਸ਼ਰਮ ਨਹੀਂ ਆ ਰਹੀ, ਮੈਨੂੰ ਬਹੁਤ ਜ਼ਿਆਦਾ ਸ਼ਰਮ ਆ ਰਹੀ ਹੈ ਕਿਉਂਕਿ ਜਦੋਂ ਅਸੀਂ ਆਏ ਜਾਂਦੇ ਲੰਬੀਆਂ ਲਾਈਨਾਂ 'ਚ ਲੱਗਦੇ ਤਾਂ ਪੂਰਾ ਦਿਨ ਨਿਕਲ ਜਾਂਦਾ। ਤਾਂ ਉਹ ਸਟਰਗਲ ਜਿਹੜੇ ਲੋਕ ਸਵੇਰੇ ਦੇ 4 ਵਜੇ 3 ਵਜੇ ਆ ਕੇ ਬੈਠੇ ਆ, ਉਹ ਕੀ ਪਾਗਲ ਨੇ? ਤੁਸੀਂ ਐਂ ਕਹੋਗੇ। ਅਤੇ ਤੁਹਾਨੂੰ ਮੈਂ ਇੱਕ ਗੱਲ ਦੱਸਾਂ, ਅਸੀਂ ਵੀ ਬਹੁਤ ਹੀ ਜ਼ਿਆਦਾ ਧੱਕੇ ਖਾਏ ਹੈ। ਇਹ ਚੀਜ਼ਾਂ ਨਾ ਮੈਂ ਸਮਝਦੀ ਹਾਂ ਭਗਵਾਨ ਜੀ ਦੇ ਉਹਦੇ ਨਾਲ ਮੈਨੂੰ ਮਿਲੀਆਂ ਨੇ। ਨਹੀਂ ਤਾਂ ਜਦੋਂ ਮੈਂ ਜਾਂਦੀ ਹੁੰਦੀ ਸੀ, ਮੈਂ ਵੀ ਸੋਚਦੀ ਹੁੰਦੀ ਸੀ ਕਿ ਮੇਰੇ ਨਾਲ ਕੋਈ ਨਹੀਂ ਖੜ੍ਹਾ ਅਤੇ ਮੈਨੂੰ ਆਪਣੀ UGC ਨੈੱਟ ਦੀ ਪੜ੍ਹਾਈ ਵੀ ਬਹੁਤ ਯਾਦ ਆਉਣ ਲੱਗ ਗਈ ਅਤੇ ਮੈਂ ਕਿਹਾ ਮੈਂ ਜੇ ਮੈਡੀਕਲ ਲੈ ਲੈਂਦੀ ਤਾਂ ਕਿੰਨਾ ਵਧੀਆ ਹੁੰਦਾ। ਮੈਂ ਵੀ ਤਾਂ ਉਸੇ ਪੰਜਾਬ 'ਚ ਪੜ੍ਹੀ ਹਾਂ, ਮੈਂ ਵੀ ਤਾਂ ਬਠਿੰਡੇ ਦੇ ਰਹਿ ਰਹੀ ਹਾਂ ਅਤੇ ਮੇਰੀ ਸਿਸਟਰ ਫਿਰੋਜ਼ਪੁਰ ਰਹਿ ਕੇ ਇਹ ਕੰਮ ਕਰਾ ਸਕਦੀ ਹੈ। ਤੁਸੀਂ ਸੋਚ ਸਕਦੇ ਹੋ ਫਿਰ ਕਿ ਉਹਦਾ ਸਟਰਗਲ ਅਤੇ ਮੇਰਾ ਸਟਰਗਲ। ਮੈਂ ਕਿਹਾ ਮੇਰਾ ਸਟਰਗਲ ਕਿਸੇ ਨੂੰ ਦਿਖਦਾ ਹੀ ਨਹੀਂ ਹੈਗਾ। ਕਹਿਣ ਨੂੰ ਮੈਂ UGC ਨੈੱਟ ਦੀ ਤਿਆਰੀ ਕਰ ਰਹੀ ਹਾਂ, ਟੀਚਿੰਗ ਐਪਟੀਟਿਊਡ ਹੈ, मैथ है, जर्नल अवेयरनेस है, उसके बाद डेटा इंटरप्रिटेशन है, हायर एजुकेशन है। कॉमर्स वाली साइड में बेसिकली हमारे पास बिज़नेस इकोनॉमिक्स है, एनवायरनमेंट है, इंटरनेशनल बिज़नेस है, अकाउंटिंग है, ऑडिटिंग है, इतने सारे सब्जेक्ट हैं। बट रियल लाइफ में क्या काम आया, आपने ये भी देखा सुना। फिर हमने जब गए वहाँ पे, फिर मेरा ब्लड निकाला गया, मेरी ये वाली आर्म पे पिन लगाई गई। पहले मैं महावीर दल में गई थी, वहाँ पे लगाई गई थी। उसके बाद बेसिकली वहाँ पे कुछ डॉक्टर्स बात कर रहे थे, उन्होंने आगे PGI में अपना दे रखा है। तो जैसे हम कॉलेज में बात करते हैं ना कि हमने आगे पोस्टिंग पे जाना है, मुझे पता है वहाँ फ़ील क्या होता है, क्योंकि मैं वहाँ पे रहती हूँ बठिंडा, मुझे कोई नहीं जानता है। आई नो कि मैं इस स्ट्रीम की नहीं हूँ, तो मेरी सिस्टर भी तो उस स्ट्रीम की नहीं थी ना, उससे जेलसी नहीं है। बट होता है ना एक कि आपको कोई नहीं जानता, सच में। मतलब मेरे जो फ्रेंड्स हैं ना, जैसे मेरे साथ के जो स्टूडेंट हैं, अगर मैं उनसे ये बातें करूँगी ना, वो कहेंगे मतलब हमारे पास टाइम नहीं है या हम कुछ और प्रिपेयर कर रहे हैं। जिसके पास टाइम नहीं होता वो भी टाइम निकाल देता है। आई नो ये दुनिया थोड़ी पर्पस वाली है, मुझे नहीं पता, बट मैंने जो फ़ील किया मैंने वो बताया आपको। और बहुत ही अलग सा एक्सपीरियंस था ये चीज़ों में। मैं बहुत लकी हूँ, मेरे साथ हमेशा मेरे पेरेंट्स जाते हैं क्योंकि मेरा वैसे कोई नहीं है। जितना मैंने अकेली ने स्ट्रगल देखा है, आप कहोगे तूने कली ने तो स्ट्रगल देखा नहीं, हम सब देखते ही हैं। और वो स्ट्रगल का मतलब ये होता है कि जब आप अकेले खड़े हो, आपको एंग्जाइटी हो रही है, आपको ओवर थिंकिंग हो रही है, आपको ये नहीं पता सिंपल किस रूम में जाना है। फिर उसके बाद मैंने अपना रूम नंबर अलॉट चेक किया, उसमें मेरी रजिस्ट्रेशन पे ऊपर उन्होंने स्टैंप लगाई। मैंने अपना BP चेक करवाया, ठीक है। उस टाइम पे मैं थोड़ी वीडियो बीच बीच में ले रही थी, मुझे डर लग रहा था। मेरे साथ मेरे बड़े मामू होते ना, उन्होंने ये चीज़ देख लेनी थी, वो गुस्सा करना था। उनका ये रहता है कि हर चीज़ को सही ढंग से करना है, ये चीज़ें फॉर्मेलिटी हैं, वीडियोस बनाना। क्योंकि ये चीज़ें अभी इतनी ज़्यादा डिमांडिंग नहीं है, क्योंकि आप जो काम के लिए गए हो ना वो किया करो। बट मैं सोच रही थी कि शायद मैं ये चीज़ें बताऊँ। और अभी जैसे 2:37 हो रहे हैं, मेरे को रिग्रेट ये हो रहा है कि मैंने वीडियो डिलीट कर दी जल्दी जल्दी आके। मुझे ये था मेरी वीडियो कहीं स्टोरेज ना भर जाए। और उसके बाद अभी मेरे मम्मा मेरे सिस्टर सो रहे हैं। बात क्या आती है कि इस शहर में रह के कोई नेबर नहीं है, कोई बेसिकली कॉलेज में क्या होता है, आपके फ्रेंड्स होते हैं, यही मैं कहूँगी। मतलब वहाँ पे कुछ ना लड़के ऐसे थे जो स्टेयरिंग करते हैं, स्टेयरिंग वाले लड़के भी थे। तो मैं उनके बारे में भी कुछ बोलना चाहूँगी, स्टेयरिंग वाले लड़कों के लिए जो अभी पर्पसलेस हैं, जो उनको ये नहीं पता हम किस काम के लिए आए हैं।
पहले मेरी भी यही हालत हो गई थी। अब जैसे मैंने किसी डॉक्टर को देखा, मुझे भी थोड़ा डिस्ट्रैक्शन वाला होता है, ये नॉर्मल है। तो फिर मैंने सोचा भाई तू क्या सोच रही है? कितना गलत सोच रही है तुझे पता है? फिर मेरे दिमाग में ये आया कि मतलब डॉक्टर होना हम स्कूल में पहले डरते थे, डॉक्टर नहीं बनना, वो तो इंजेक्शन, वो ऑपरेशन थिएटर, वो सब कुछ जब हम लाइव जाके देखते हैं कि ये तो लाइन मेरे लिए बनी थी, बट ऐसा नहीं होता है। फिर भी लाइव अभी देखना बाकी है। उसके बाद फिर 350 जो कैश के टेस्ट के पैसे दिए थे वो, मेरी कल रिपोर्ट आने वाली है, मेरी सिस्टर की डेट पोस्टपोन होगी, हमने फिर वहाँ से लंगर, ਅਸੀਂ ਉੱਥੋਂ ਲੰਗਰ ਪ੍ਰਸ਼ਾਦਾ ਲਿੱਤਾ, ਠੀਕ ਹੈ। ਉੱਥੇ ਜਾ ਕੇ ਮੈਨੂੰ ਆਏ ਹੁੰਦਾ ਕਿਸੇ ਨੂੰ ਕੋਈ ਲੈਣਾ ਦੇਣਾ ਨਹੀਂ ਹੈ। ਅਤੇ ਮੈਨੂੰ ਆਏ ਸੀ ਜੇ ਅੱਜ ਦਾ ਟਾਈਮ ਯੂਟਿਊਬ ਵਾਲਾ ਨੇ, ਮੈਂ ਉੱਥੇ ਯੂਟਿਊਬ ਵੀਡੀਓ ਬਣਾ ਸਕਦੀ ਸੀ, ਪਰ ਮੈਨੂੰ ਸਹੀ ਨਹੀਂ ਲੱਗਿਆ ਐਜ਼ ਜੇ ਮੈਂ ਫੇਮਸ ਯੂਟਿਊਬਰ ਹੁੰਦੀ, ਜਿਵੇਂ ਤੁਸੀਂ ਨਿਸ਼ੂ ਤਿਵਾਰੀ ਜੀ ਦਾ ਨਾਮ ਸੁਣਿਆ, ਉਹ ਸਪੈਸ਼ਲ ਜਾ ਕੇ ਹੌਸਪੀਟਲ 'ਚ ਪਰਮਿਸ਼ਨ ਲੈ ਕੇ ਵੀਡੀਓ ਬਣਾਉਂਦੇ ਨੇ ਕਿ ਦਿਖਾਇਆ ਜਾਂਦਾ ਉਹ ਸਿਸਟਮ ਦੇ ਅੰਦਰ ਚੱਲ ਕੀ ਰਿਹਾ। ਬਟ ਪੰਜਾਬ ਦਾ ਸਿਸਟਮ ਹੈ ਉੱਥੇ ਬਹੁਤ ਹੀ ਜ਼ਿਆਦਾ ਡਰ ਲੱਗਦਾ ਹੈ, ਅਤੇ ਇਹ ਚੀਜ਼ਾਂ ਮੈਨੂੰ ਕਾਫੀ ਘਬਰਾਹਟ ਦੇ ਰਹੀਆਂ ਸੀਗੀਆਂ। ਨੀਚੇ ਵੀ ਬੀਪੀ ਚੈੱਕ ਕਰਾਇਆ ਸੀ, ਉੱਥੇ ਮੇਰੀ ਏਜ ਦੀਆਂ ਕੁੜੀਆਂ ਜਿਹੜੀਆਂ ਮੈਡੀਕਲ ਦੇ ਵਿੱਚ ਨੇ, ਅਤੇ ਉਹਨਾਂ ਨੂੰ ਇੱਕ ਟਾਰਗੇਟ ਦਿੱਤਾ ਜਾਂਦਾ ਤੁਸੀਂ ਪੇਸ਼ੈਂਟ ਕੰਪਲੀਟ ਕਰਕੇ ਜਾਣੀ ਹੈ। ਅਤੇ ਉਹ ਚੀਜ਼ਾਂ ਮੈਨੂੰ ਇਹ ਮੇਰੇ ਕਾਲਜ ਦੇ ਦਿਨ ਯਾਦ ਕਰਵਾ ਰਹੀਆਂ ਸੀ ਕਿ ਜਿਵੇਂ ਮੈਂ ਵੀ UGC ਨੈਟ ਦੇ ਵਿੱਚ, ਵੈਸੇ ਮੈਨੂੰ ਇੰਨੀ ਜ਼ਿਆਦਾ ਪ੍ਰੈਫਰੈਂਸ ਨਹੀਂ ਦਿੱਤੀ ਗਈ ਸੀ ਕਲਾਸ 'ਚ। ਇਹ ਜਿਹੜੀ ਪ੍ਰੈਫਰੈਂਸ ਸੀ ਬੇਸਿਕਲੀ ਦੂਜੀ ਕੁੜੀਆਂ ਨੂੰ ਦਿੱਤੀ ਗਈ ਸੀ। ਤਾਂ ਮੈਂ ਲੱਕੀ ਹਾਂ ਵੈਸੇ, ਜੋ ਮੈਨੂੰ ਮਿਲਿਆ ਹੈ ਸਾਰਿਆਂ ਨਾਲੋਂ ਤਾਂ ਬੈਸਟ ਨਾ, ਕਿ ਜਦੋਂ ਮੈਂ ਇੱਥੇ ਪਹੁੰਚ ਜੂੰਗੀ, ਪਹੁੰਚਣਾ ਤਾਂ ਹੈਗਾ ਹੀ ਇੱਕ ਨਾ ਇੱਕ ਦਿਨ। ਮੈਨੂੰ ਪਤਾ ਕਿਸੇ ਨੂੰ ਫ਼ਰਕ ਵੀ ਨਹੀਂ ਪੈਣਾ ਮੇਰੀ ਫੈਮਿਲੀ ਤੋਂ ਇਲਾਵਾ। ਮਤਲਬ ਜੋ ਚੀਜ਼ਾਂ ਆਪਾਂ ਮੂੰਹ ਨਾਲ ਬੋਲਦੇ ਹੈ ਉੱਥੇ ਕੋਈ ਸੁਣਦਾ ਨਹੀਂ, ਲੈਕਚਰ ਲੱਗਦੀਆਂ ਨਾ ਚੀਜ਼ਾਂ, ਜਦੋਂ ਤੁਸੀਂ ਉੱਥੇ ਜਾ ਕੇ ਦੇਖਦੇ ਹੋ, ਮਹਿਸੂਸ ਕਰਦੇ ਹੋ, ਫਿਰ ਤੁਹਾਨੂੰ ਜ਼ਿਆਦਾ ਸਮਝ ਆਉਂਦਾ ਹੈ। ਮੈਂ ਆਪਦੇ ਪੇਰੈਂਟਸ ਵਾਸਤੇ ਵੀ ਇਹ ਗੱਲ ਕਰੂੰਗੀ, ਆਪਦੇ ਫਰੈਂਡਸ ਵਾਸਤੇ ਵੀ ਗੱਲ ਕਰੂੰਗੀ, ਅਤੇ ਮੈਂ ਸਾਰਿਆਂ ਵਾਸਤੇ ਗੱਲ ਕਰੂੰਗੀ। ਅਤੇ ਫਿਰ ਮੈਂ ਸੋਚ ਰਹੀ ਸੀ ਮੈਂ ਕਰ ਕੀ ਰਹੀ ਹਾਂ ਜ਼ਿੰਦਗੀ 'ਚ, ਕਿਉਂਕਿ ਅਸੀਂ ਆਟੋ 'ਚ ਟਰੈਵਲ ਕਰਕੇ ਗਏ, ਅਰਾਊਂਡ ਜਿਹੜਾ ਖਰਚਾ ਆਇਆ ਸੀ ਕੁੱਲ ਮਿਲਾ ਕੇ 200 ਆ ਗਿਆ ਸੀ। ਇੱਕ ਮਿਡਲ ਕਲਾਸ ਫਾਈਨੈਂਸ਼ੀਅਲ ਫੈਮਿਲੀ ਵਾਸਤੇ ਹਰ ਚੀਜ਼ਾਂ ਸ਼ੂਟ ਨਹੀਂ ਕੀਤੀਆਂ ਜਾਂਦੀਆਂ, ਕੁਛ ਚੀਜ਼ਾਂ ਦੱਸਣੀਆਂ ਪੈਂਦੀਆਂ। ਅਤੇ ਜੇ ਤੁਹਾਨੂੰ ਵਿਸ਼ਵਾਸ ਨਹੀਂ ਹੋ ਰਿਹਾ, ਅਤੇ ਜੋ ਗੱਲਾਂ ਮੈਂ ਤੁਹਾਨੂੰ ਕਹੀਆਂ ਨੇ, ਰੱਬ ਨਾ ਕਰੇ ਕਿਸੇ ਨਾਲ ਐਵੇਂ ਹੋਵੇ, ਤੁਸੀਂ ਉੱਥੇ ਤੱਕ ਪਹੁੰਚੋਗੇ, ਜੋ ਐਕਸਪੀਰੀਅੰਸ ਕਰੋਗੇ, ਫਿਰ ਮੇਰੀਆਂ ਵੀਡੀਓ ਤੁਹਾਨੂੰ ਯਾਦ ਆਉਣਗੀਆਂ। ਤਾਂ बस बाबा जी को शुक्राना कराया करो, माता रानी को, कि भगवान आपने मुझे बहुत सुंदर दी है। बीच में खाटू श्याम के पोस्टर नज़र आ रहे थे, जो हमारे राज परीक जी हैं वो आने वाले हैं। मैं अपने बठिंडे में रह के गुमसुम हो जाती हूँ, सच में मुझे नहीं पता लगता, बिकॉज आई वॉज लिविंग इन अ यूट्यूब लाइफ। दैट्स वाई थैंक यू फॉर वॉचिंग एंड लिसनिंग, गिव योर वैल्यूएबल टाइम। ऑल द बेस्ट। अभी प्रिपरेशन बाकी है।